ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਤਰਸੇਮ ਲਾਲ ਜੀ ਮੌਜੂਦ ਨੇ। ਤਰਸੇਮ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਲੋਕਰਾਣਾ ਤੇ ਜੀ। ਸ਼ੁਕਰੀਆ ਜੀ। ਜੀ ਦੋਸਤੋ, ਤਰਸੇਮ ਜੀ ਨਾਲ ਅਸੀਂ ਪਹਿਲਾਂ ਵੀ ਪ੍ਰੋਗਰਾਮ ਕੀਤੇ, ਗੱਲਬਾਤ ਕੀਤੀ। ਅੱਜ ਫਿਰ ਅਸੀਂ ਰੂਸ ਤੇ ਯੂਕਰੇਨ ਦੇ ਮਾਮਲੇ ਤੇ ਗੱਲਬਾਤ ਕਰਾਂਗੇ। ਇੱਕ ਤਾਂ ਉਹ ਤਸਵੀਰ ਪੇਸ਼ ਕੀਤੀ ਜਾਂਦੀ ਹੈ ਜੰਗਾਂ ਦੀ, ਯੁੱਧ ਦੀ, ਜੋ ਸਾਨੂੰ ਮੀਡੀਆ ਰਾਹੀਂ, ਅਖਬਾਰਾਂ, ਨਿਊਜ਼ਪੇਪਰਾਂ ਦੇ ਰਾਹੀਂ ਦਿਖਾਈ ਦਿੰਦੀ ਹੈ। ਇੱਕ ਉਸ ਤੋਂ ਪਿੱਛੇ ਦੇ ਤੱਥ ਹੁੰਦੇ ਨੇ, ਫੈਕਟ ਹੁੰਦੇ ਨੇ, ਜਿਸ ਦੇ ਉੱਤੇ ਇਹ ਜੋ ਪੱਛਮੀ ਤਾਕਤਾਂ ਨੇ ਕੰਮ ਕਰ ਰਹੀਆਂ ਨੇ। ਆਖਰ ਜੰਗ ਦੇ ਕਾਰਨ ਕੀ ਨੇ ਕਿ ਦੇਸ਼ਾਂ ਦੇ ਵਿੱਚ ਯੁੱਧ ਜੰਗ ਹੋ ਜਾਂਦੇ ਨੇ। ਇਸ ਮਸਲੇ ਤੇ ਤਰਸੇਮ ਜੀ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਵੀ ਕਾਫੀ ਕੁਝ ਸਮਝਣ ਨੂੰ, ਸਿੱਖਣ ਨੂੰ ਮਿਲੂਗਾ। ਪਰ ਉਸ ਤੋਂ ਪਹਿਲਾਂ, ਅੱਗੇ ਵਧਣ ਤੋਂ ਪਹਿਲਾਂ, ਮੈਂ ਇੱਕ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੁੰਦਾ ਕਿ ਤਰਸੇਮ ਜੀ ਹੋਰਾਂ ਦੀ ਇੱਕ ਕਿਤਾਬ ਵੀ ਆਈ ਹੈ, ਫਿਰਕੂ ਦੰਗੇ ਅਤੇ ਭਾਰਤੀ ਪੁਲਿਸ। ਲੇਖਕ ਨੇ ਵਿਭੂਤੀ ਨਾਰਾਇਣ ਰਾਏ ਤੇ ਅਨੁਵਾਦ ਕੀਤਾ ਤਰਸੇਮ ਲਾਲ ਜੀ ਹੋਰਾਂ ਨੇ। ਇਹ ਕਿਤਾਬ ਪੜ੍ਹ ਕੇ, ਸਮਝ ਕੇ ਜ਼ਰੂਰ ਇੱਕ ਵੱਖਰੀ ਰਾਏ ਪ੍ਰਗਟ ਹੁੰਦੀ ਹੈ ਤੇ ਜੋ ਕੁਝ ਹੁਣ ਤੱਕ ਵਾਪਰ ਚੁੱਕਿਆ ਦੰਗਿਆਂ ਦੇ ਰੂਪ ਦੇ ਵਿੱਚ, ਉਹਨੂੰ ਸਮਝਣ ਦੇ ਵਿੱਚ ਬੜੀ ਇੱਕ ਮਦਦ ਮਿਲਦੀ ਹੈ। ਸੋ ਰੂਸ ਤੇ ਯੂਕਰੇਨ ਦੇ ਮਾਮਲੇ ਦੇ ਵਿੱਚ ਵੀ ਤੁਹਾਨੂੰ ਕਾਫੀ ਕੁਝ ਸਮਝਣ ਦੇ ਵਿੱਚ ਮਦਦਗਾਰ ਸਾਬਤ ਹੋਣਗੇ ਜੋ ਤੱਥ ਤਰਸੇਮ ਜੀ ਸਾਡੇ ਨਾਲ ਅੱਜ ਸਾਂਝੇ ਕਰਨਗੇ। ਤੁਸੀਂ ਦੇਖੋ ਕਿ ਕੋਈ ਜ਼ਿਆਦਾ ਸਮਾਂ ਨਹੀਂ ਬੀਤਦਾ ਹੈਗਾ। ਨਿੱਤ ਅਸੀਂ ਸੁਰਖੀ ਸੁਣਦੇ ਹਾਂ ਕਿ ਫਲਾਣੇ ਦੇਸ਼ਾਂ ਦੇ ਵਿੱਚ ਹੁਣ ਫਿਰ ਜੰਗ ਛਿੜ ਪਈ। ਇਰਾਕ ਈਰਾਨ ਦਾ ਯੁੱਧ ਸਾਡੇ ਸਾਹਮਣੇ ਹੈ। ਆਖਰ ਜਿਹੜੇ ਉਹ ਤੀਜੀ ਦੁਨੀਆ ਦੇ ਸੰਸਾਰ ਨੇ, ਉਹਨਾਂ ਨੂੰ ਕੀ ਮੁਨਾਫਾ ਹੁੰਦਾ ਦੂਜੇ ਦੇਸ਼ਾਂ ਦੀਆਂ ਜੰਗਾਂ ਤੋਂ? ਇੱਕ ਪਾਸੇ ਤਾਂ ਲੋਕ ਮਰਦੇ ਨੇ, ਦੂਜੇ ਪਾਸੇ ਡਾਲਰਾਂ ਦੇ ਰੂਪ ਦੇ ਵਿੱਚ ਕਮਾਈ ਹੁੰਦੀ ਹੈ, ਹਥਿਆਰ ਵਿਕਦੇ ਨੇ। ਤਰਸੇਮ ਜੀ ਦੇਖੋ, ਇੱਕ ਤਾਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਇੱਕ ਤਸਵੀਰ ਹੈ ਜੋ ਸਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ, ਇੱਕ ਉਸ ਤਸਵੀਰ ਤੋਂ ਪਿੱਛੋਂ ਦੀ ਦੁਨੀਆ। ਤੁਸੀਂ ਕਿਵੇਂ ਲੋਕਾਂ ਨੂੰ ਸਮਝਾਓਗੇ ਕਿ ਐਦਾਂ ਨਹੀਂ ਹੈ ਜੋ ਸਭ ਚੱਲੀ ਜਾਂਦਾ? ਦੇਖੋ, ਸਾਹਿਰ ਲੁਧਿਆਣਵੀ ਦੀ ਮਸ਼ਹੂਰ ਨਜ਼ਮ ਹੈ ਜੰਗ ਤੇ। ਜੰਗ ਮਸਲਿਆਂ ਦਾ ਹੱਲ ਨਹੀਂ ਕਰਦੀ, ਜੰਗ ਤਾਂ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈ। ਤੇ ਅਸਲ 'ਚ ਜਦੋਂ ਅਸੀਂ ਰੂਸ ਦੇ ਯੂਕਰੇਨ ਦੇ ਝਗੜੇ ਦੀ ਗੱਲ ਕਰਦੇ ਹਾਂ ਤਾਂ ਰੂਸ, ਸੰਯੁਕਤ ਰਾਸ਼ਟਰ ਰੂਸ ਦੇ ਰੂਪ ਦੇ ਵਿੱਚ, USSR ਦੇ ਰੂਪ ਦੇ ਵਿੱਚ ਇਹ ਇੱਕ ਪਾਵਰ ਸੀ ਜਿਹੜੀ ਸਮਾਜਿਕ ਸਾਮਰਾਜ ਦੇ ਰੂਪ ਦੇ ਵਿੱਚ ਅਸੀਂ ਇਸ ਨੂੰ ਦੇਖਦੇ ਆਂਗੇ ਕਿ ਅਸਲ 'ਚ ਇਹ ਵੀ ਇੱਕ ਦੋ ਧਿਰੀ ਸੰਸਾਰ ਦੇ ਵਿੱਚ, ਜਿੱਥੇ ਅਮਰੀਕਾ ਇੱਕ ਧਰੁਵ ਸੀ, ਉੱਥੇ USSR ਵੀ ਇੱਕ ਧਰੁਵ ਸੀ, ਇੱਕ ਸ਼ਕਤੀ ਸੀ। 91 'ਚ ਟੁੱਟ ਗਿਆ। 91 ਦੇ ਵਿੱਚ ਜਦੋਂ ਟੁੱਟ ਗਿਆ ਤਾਂ ਇੱਕ ਧਰੁਵੀ ਸੰਸਾਰ ਬਣ ਗਿਆ ਜਿਹਦੇ 'ਚ ਅਮਰੀਕਾ ਦੀ ਸਰਦਾਰੀ ਪੂਰੇ ਵਿਸ਼ਵ ਦੇ ਵਿੱਚ ਚੱਲਦੀ ਰਹੀ। ਅਮਰੀਕਾ ਵਿਸ਼ਵ ਦਾ ਥਾਣੇਦਾਰ ਹੀ ਕਿਹਾ ਜਾਂਦਾ ਸੀ। ਚਾਹੇ ਉਸਨੇ ਇਰਾਕ ਦੇ ਵਿੱਚ ਪਰਮਾਣੂ ਹਥਿਆਰਾਂ ਦਾ ਤੇ ਰਸਾਇਣ ਹਥਿਆਰਾਂ ਦਾ ਬਹਾਨਾ ਲਾ ਕੇ ਉੱਥੇ ਸਦਾਮ ਹੁਸੈਨ ਦਾ ਕਤਲ ਕੀਤਾ, ਤੇ ਭਾਵੇਂ ਅਫਗਾਨਿਸਤਾਨ ਦੇ ਵਿੱਚ ਲੰਬਾ ਸਮਾਂ ਉੱਥੇ ਲੋਕਾਂ ਤੇ ਇੱਕ ਤਰ੍ਹਾਂ ਦਾ ਗੈਰ ਜਮਹੂਰੀ ਰਾਜ ਕੀਤਾ ਤੇ ਉੱਥੋਂ ਮੂੰਹ ਦੀ ਖਾ ਕੇ ਵਾਪਸ ਲੌਟਿਆਗਾ। ਤੇ ਹੁਣ ਅਸਲ 'ਚ ਯੂਕਰੇਨ ਦੇ ਵਿੱਚ ਇਹ ਆਪ, ਜਿਵੇਂ US ਥੋੜ੍ਹਾ ਜਿਹਾ ਕਮਜ਼ੋਰ ਹੋ ਗਿਆ ਸੀ ਅਫਗਾਨਿਸਤਾਨ ਤੋਂ ਮੁੜਨ ਤੋਂ ਬਾਅਦ, ਮੂੰਹ ਦੀ ਖਾਣੀ ਪਈ, ਤਾਂ ਇਹ ਆਪ ਸਿੱਧੇ ਤੌਰ ਤੇ ਕਿਸੇ ਦੇਸ਼ ਦੇ ਵਿੱਚ ਦਖਲਅੰਦਾਜ਼ੀ ਕਰਨ ਦੀ ਥਾਂ ਤੇ ਇਹ ਇਸ ਵਾਰ ਸਹਾਇਤਾ ਲੈ ਰਿਹਾ ਸੀ ਨੈਟੋ ਦੇਸ਼ਾਂ ਦੀ। ਬ੍ਰਿਟੇਨ, ਜਰਮਨੀ, ਫਰਾਂਸ, ਇਹਨਾਂ ਦੇਸ਼ਾਂ ਦੇ ਨੂੰ ਉਕਸਾ ਕੇ ਇਹਨੇ ਯੂਕਰੇਨ ਦੇ ਵਿੱਚ ਨੈਟੋ ਦੀ ਜਿਹੜੀ ਦਖਲਅੰਦਾਜ਼ੀ ਕਰਵਾਉਣ ਦੀ ਇੱਕ ਮਨਸਾ ਪਾਲੀ ਹੋਈ ਹੈ, ਜਿਹਦੇ ਚੋਂ ਰੂਸ ਤੇ ਪੋਲੈਂਡ ਦੇ ਵਿੱਚ ਨੈਟੋ ਦੀਆਂ ਕਾਫੀ, ਯੂਕਰੇਨ ਤੇ ਪੋਲੈਂਡ ਦੇ ਵਿੱਚ ਨੈਟੋ ਦੀਆਂ ਕਾਫੀ ਹਥਿਆਰਬੰਦ ਸੈਨਾਵਾਂ ਜਿਹੜੀਆਂ ਉੱਥੇ ਇਕੱਠੀਆਂ ਹੋਈਆਂ ਵੀ ਜਾਂਦੀਆਂ। ਤਾਂ ਅਸਲ 'ਚ ਇਸ ਗੱਲ ਨੂੰ ਰੋਕਣ ਵਾਸਤੇ ਪੁਤਿਨ ਨੇ 13 ਜਨਵਰੀ ਨੂੰ 57 ਦੇਸ਼ਾਂ ਦੀ ਇੱਕ ਸੰਸਥਾ ਬਣੀ ਹੋਈ ਹੈ, ਉਹਦੀ ਮੀਟਿੰਗ ਕੀਤੀ ਤੇ ਇਹਨਾਂ ਨੂੰ ਸਮਝਾਇਆ ਕਿ ਅਸਲ 'ਚ ਮੈਂ ਨਹੀਂ ਚਾਹੁੰਦਾ ਕਿ ਨੈਟੋ ਦੀ ਦਖਲਅੰਦਾਜ਼ੀ ਯੂਕਰੇਨ 'ਚ ਹੋਵੇ। ਮੈਂ ਯੂਕਰੇਨ ਤੇ ਮੇਰੀਆਂ 3 ਚੀਜ਼ਾਂ ਹੈਗੀਆਂ, ਇੱਕ ਜਾਰਜੀਆ ਤੇ ਯੂਕਰੇਨ, ਇਹਦੇ ਵਿੱਚ ਨੈਟੋ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਦੂਜਾ, ਯੂਕਰੇਨ ਦੇ ਜਿਹੜੇ 2 ਪ੍ਰਾਂਤ ਹੈਗੇ, ਡੌਨਬਾਸ ਤੇ ਲੁਹਾਨਸਕ, ਇਹ ਜਦੋਂ ਇੱਕ ਤਰ੍ਹਾਂ ਨਾਲ ਆਜ਼ਾਦ ਹੋਣ ਵਾਸਤੇ ਆਪਦੀ ਮੰਗ ਕਰਦੇ ਹੈਗੇ ਤਾਂ ਇਹਨਾਂ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਤੀਸਰੀ ਉਹਨੇ ਮੰਗ ਰੱਖੀ ਸੀਗੀ ਕਿ ਪੋਲੈਂਡ ਤੇ ਬਲੈਕ ਸੀ ਦੇ ਵਿੱਚ ਜਿਹੜੀ ਮਿਲਟਰੀ ਹੈ ਨੈਟੋ ਦੀ, ਉਹ ਮਿਲਟਰੀ ਦੀ ਜਿਹੜੀ ਲਾਮਬੰਦੀ ਹੈ
ਉਹ ਖਤਮ ਕੀਤੀ ਜਾਵੇ। ਅਸਲ 'ਚ 3 ਡਿਮਾਂਡ ਉਸ ਨੇ 13 ਜਨਵਰੀ ਦੀ ਉਸ ਮੀਟਿੰਗ 'ਚ ਰੱਖੀਆਂ ਸੀ। ਅਸਲ 'ਚ ਉਸ ਤੋਂ ਬਾਅਦ ਨੈਟੋ ਨੇ ਆਪਣੀਆਂ ਜਿਹੜੀਆਂ ਕਾਰਵਾਈਆਂ ਘਟਾਉਣ ਦੀ ਥਾਂ ਤੇ ਹੋਰ ਤੇਜ਼ ਕਰਤੀਆਂ, ਜਿਹਦੇ ਤੋਂ 24 ਫਰਵਰੀ ਨੂੰ ਸਮਝਾਉਂਦੇ ਜਦੋਂ ਪੁਤਿਨ ਦੀ ਕੋਈ ਗੱਲ ਦੀ ਸੁਣਵਾਈ ਨਾ ਹੋਈ ਤਾਂ 24 ਫਰਵਰੀ ਨੂੰ ਇਹਨੇ ਉੱਥੇ ਯੂਕਰੇਨ ਤੇ ਅਟੈਕ ਕਰਤਾ, ਹਮਲਾ ਕੀਤਾ। ਤਾਂ ਅਸਲ ਦੇ ਵਿੱਚ ਯੂਕਰੇਨ ਦੇ ਵਿੱਚ ਇਹ ਜ਼ੈਲੈਂਸਕੀ ਜਿਹੜਾ ਆਇਆ ਹੈਗਾ ਇਹ 2019 ਦੇ ਵਿੱਚ ਹੀ ਆਇਆ ਹੈਗਾ। 2019 ਦੇ ਵਿੱਚ ਜਦੋਂ ਇਹ ਸੱਤਾ ਤੇ ਕਾਬਜ਼ ਹੋਇਆ, ਇਹਦੀ ਯੂਰਪ ਦੇ ਨੈਟੋ ਤੇ US ਦੇ ਨਾਲ ਨੇੜਤਾ ਇਹਨੇ ਵਧਾਉਣੀ ਸ਼ੁਰੂ ਕਰਤੀ ਤੇ ਉਹਨਾਂ ਦੀ ਦਖਲਅੰਦਾਜ਼ੀ ਆਪਣੇ ਇਸ ਖਿੱਤੇ ਦੇ ਵਿੱਚ ਕਰਾਉਣੀ ਸ਼ੁਰੂ ਕਰਤੀ, ਜਿਹਨੂੰ ਪੁਤਿਨ ਹੈ ਜਿਹੜਾ ਉਹ ਪਸੰਦ ਨਹੀਂ ਕਰਦਾ ਸੀਗਾ। ਇਹਨੇ ਪਹਿਲਾਂ ਕਿਹਾ ਸੀ ਪੁਤਿਨ ਨੇ ਵੀ ਮੈਂ ਇਦੋਂ ਪਹਿਲਾਂ ਹੀ ਜੰਗ ਛੇੜਨਾ ਚਾਹੁੰਦਾ ਸੀ, 24 ਫਰਵਰੀ ਤੋਂ ਪਹਿਲਾਂ ਹੀ। ਉਹ ਅਸਲ 'ਚ ਚੀਨ ਹੈ ਜਿਹੜਾ, ਚੀਨ ਦੀ ਅਸਲ 'ਚ ਅੱਜ ਪੋਜੀਸ਼ਨ ਵਰਲਡ ਲੀਡਰ ਦੇ ਤੌਰ ਤੇ ਇਕਨੋਮਿਕਲੀ ਤਾਂ ਸਟਰੋਂਗ ਹੈਗਾ ਹੀ ਹੈਗਾ। ਉਹ ਯੁੱਧ ਨੀਤਿਕ ਤੌਰ ਤੇ ਉਹਨੇ ਇੱਕ ਇਹੋ ਜਿਹੀ ਪੋਜੀਸ਼ਨ ਬਣਾਈ ਹੋਈ ਹੈ ਕਿ ਪਿਛਲੇ 10-15 ਸਾਲਾਂ ਤੋਂ ਉਹਨੇ ਕਿਸੇ ਕੰਟਰੀ ਦੇ ਉੱਤੇ ਸਿੱਧੇ ਰੂਪ ਦੇ ਵਿੱਚ ਜ਼ਿਆਦਾ ਵੱਡਾ ਹਮਲਾ ਨਹੀਂ ਕੀਤਾ। ਚੀਨ ਹੈ ਜਿਹੜਾ ਉਹ ਆਪਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦਾ ਜਾਂਦਾ ਹੈਗਾ ਤੇ ਵੱਖ-ਵੱਖ ਦੇਸ਼ਾਂ ਨਾਲ ਵਪਾਰ ਹੈ ਜਿਹੜਾ ਵਪਾਰ ਦੇ ਵਿੱਚ ਵਾਧਾ ਕਰਦਾ ਜਾਂਦਾ ਹੈਗਾ। ਭਾਵ ਉਹ ਇੱਕ ਨਵਾਂ ਵਰਲਡ ਆਰਡਰ ਸਿਰਜਣ ਵਾਸਤੇ ਕਿ ਅਸਲ 'ਚ ਜਿਹੜੀ ਹੁਣ ਤੱਕ ਅਮਰੀਕਾ ਤੇ ਨੈਟੋ ਦੇ ਦੇਸ਼ਾਂ ਦੀ ਸਰਦਾਰੀ ਚੱਲਦੀ ਸੀ ਪੂਰੇ ਸੰਸਾਰ ਦੇ ਵਿੱਚ, ਉਹ ਸਰਦਾਰੀ ਨੂੰ ਤੋੜਨ ਵਾਸਤੇ US ਤੇ ਚਾਈਨਾ ਇੱਕ ਨਵਾਂ ਵਰਲਡ ਆਰਡਰ ਸਿਰਜਣ ਵਾਸਤੇ ਇਹ ਜੰਗ ਹੈ ਜਿਹੜੀ ਉਹ ਇੱਕ ਜ਼ਰੀਆ ਹੈ ਇਸ ਗੱਲ ਦਾ ਕਿ ਉਹ ਇੱਕ ਨਵਾਂ ਸੰਸਾਰ ਦੇ ਵਿੱਚ ਸ਼ਕਤੀਆਂ ਦੀ ਤਰਤੀਬ ਹੈ ਜਿਹੜੀ ਉਹ ਬਦਲਣ ਵਾਲੇ ਪਾਸੇ ਨਹੀਂ। ਚੀਨ ਯਾਨੀ ਕਿ ਵਪਾਰਕ ਢੰਗ ਦੇ ਨਾਲ ਸੰਸਾਰ ਨੂੰ ਗਲ ਹੇਠ ਲੈਣਾ ਚਾਹੁੰਦਾ। ਚੀਨ ਆਪਣੇ ਵਪਾਰਕ ਢੰਗ ਨਾਲ ਪੂਰੇ ਸੰਸਾਰ ਨੂੰ ਗਲ ਵਿੱਚ ਲੈਣਾ ਚਾਹੁੰਦਾ ਹੈ। ਨਾਲ ਅਸਲ 'ਚ ਜਦੋਂ ਵਪਾਰਕ ਢੰਗ ਨਾਲ ਗਲ ਵਿੱਚ ਲੈਣਾ ਹੁੰਦਾ ਹੈ ਉਹਦੇ ਨਾਲ ਤੁਹਾਨੂੰ ਹਥਿਆਰਬੰਦ ਕਾਰਵਾਈ ਵੀ ਨਾਲ ਦੀ ਨਾਲ ਤਿਆਰੀ ਰੱਖਣੀ ਪੈਂਦੀ ਹੈਗੀ। ਚੀਨ ਦਾ ਇੱਕ ਉਹਨੂੰ ਰਸ਼ੀਆ ਨੂੰ ਰੂਸ ਨੂੰ ਇਹੀ ਸਪੋਰਟ ਹੈ ਕਿ ਮੈਂ ਤੇਰੀ ਬੈਕ ਤੇ ਹਾਂ, ਠੀਕ ਹੈ, ਜੇ ਕੱਲ ਨੂੰ ਲੋੜ ਪਈ ਤਾਂ ਮੈਂ ਵੀ ਤੇਰੀ ਮਦਦ ਕਰੂੰਗਾ। ਅਸਲ 'ਚ ਪੁਤਿਨ ਨੇ ਜਿਸ ਢੰਗ ਨਾਲ ਯੂਕਰੇਨ ਦੇ ਚਾਰੇ ਪਾਸੇ ਘੇਰਾਬੰਦੀ ਕਰਕੇ ਉੱਥੇ ਅਸਲ 'ਚ ਪੁਤਿਨ ਤਾਂ ਸ਼ਰੇਆਮ ਇਹ ਕਹਿੰਦਾ ਹੈਗਾ ਨਹੀਂ, ਯਾਨੀ ਕਿ ਚਾਈਨਾ ਤੇ ਰੂਸ ਜੋ ਮਹਾਸ਼ਕਤੀਆਂ ਇਹ ਵੀ ਇਕੱਠੀਆਂ ਹੋ ਸਕਦੀਆਂ ਨੇ। ਬਿਲਕੁਲ, ਅਸਲ 'ਚ ਮਹਾਸ਼ਕਤੀਆਂ ਆਪਾਂ ਨਾਮ ਵੀ ਕਹੀਏ, ਇਸ ਵੇਲੇ ਉੱਭਰ ਰਹੀਆਂ ਸ਼ਕਤੀਆਂ ਕਹਿ ਸਕਦੇ ਹਾਂਗੇ। ਚੀਨ ਤੇ ਰੂਸ ਜਿਹੜੀਆਂ ਉੱਭਰ ਰਹੀਆਂ ਸ਼ਕਤੀਆਂ ਹੈਗੀਆਂ ਉਹ ਇਕੱਠੀਆਂ ਹੋ ਕੇ ਇੱਕ ਤਰ੍ਹਾਂ ਨਾਲ ਨੈਟੋ ਤੇ ਅਮਰੀਕਾ ਦੀ ਬਦਮਾਸ਼ੀ ਨੂੰ ਚੈਲੰਜ ਕਰਨ ਜਾ ਰਹੀਆਂ। ਚੈਲੰਜ ਕਰਨ ਵਾਸਤੇ ਯੁੱਧ ਦਾ ਮੈਦਾਨ ਯੂਕਰੇਨ ਬਣ ਗਿਆ ਕਿਉਂਕਿ ਯੂਕਰੇਨ ਉਹ ਨੈਟੋ ਤੇ US ਦੇ ਹੱਥ ਚੜ੍ਹ ਕੇ ਉਹ ਉੱਥੇ ਉਹਨਾਂ ਦੀ ਬਦਮਾਸ਼ੀ ਨੂੰ ਇੱਕ ਤਰ੍ਹਾਂ ਨਾਲ ਜੀ ਆਇਆਂ ਨੂੰ ਕਹਿ ਰਿਹਾ ਸੀ। ਉਹ ਉਹਨਾਂ ਦੇ ਨਾਲ ਸਾਂਝ ਭਿਆਲੀ ਪਾ ਕੇ ਉਹਨਾਂ ਦੀ ਦਖਲਅੰਦਾਜ਼ੀ ਨੂੰ ਉੱਥੇ ਉਹ ਐਸਟੈਬਲਿਸ਼ ਕਰ ਰਿਹਾ ਸੀ, ਜਿਹਦੇ ਤੋਂ ਪੁਤਿਨ ਨੇ ਉਸ ਢੰਗ ਦਾ ਹਮਲਾ ਕਰਨ ਲਈ ਮਜਬੂਰ ਹੋਇਆ। ਬਿਲਕੁਲ, ਅਸਲ 'ਚ ਨੈਟੋ ਜਿਹੜਾ ਸਿੱਧੇ ਤੌਰ ਤੇ ਕੋਈ ਹਥਿਆਰਬੰਦ ਉਸ ਤਰ੍ਹਾਂ ਨਾਲ ਤਾਂ ਮਦਦ ਨਹੀਂ ਕਰ ਰਿਹਾ, ਉਹ ਅਮਰੀਕਾ ਤੋਂ ਪਾਬੰਦੀਆਂ ਲਵਾਉਣ ਦੀ ਗੱਲ ਕਰ ਰਿਹਾ ਹੈ ਕਿ ਅਮਰੀਕਾ ਉਹਨਾਂ ਤੇ ਪਾਬੰਦੀਆਂ ਲਾਊਗਾ। ਪਾਬੰਦੀਆਂ ਕਾਹਦੀਆਂ ਕਿ ਅਸਲ 'ਚ ਜਿਹੜੀ ਕੋਈ ਟ੍ਰਾਂਜੈਕਸ਼ਨ ਕਰਦੇ ਆ ਸਵਿਫਟ ਰਾਹੀਂ ਕੀ ਹੁੰਦਾ ਹੈਗਾ ਵੀ ਜਿਹੜਾ ਆਨਲਾਈਨ ਲੈਣ ਦੇਣ ਹੁੰਦਾ ਹੈਗਾ ਉਸ ਤੇ ਪਾਬੰਦੀਆਂ ਕਰਕੇ ਲਾ ਕੇ ਅਸੀਂ ਇਹ ਰੂਸ ਨੂੰ ਹੈ ਆਰਥਿਕ ਤੌਰ ਤੇ ਸਵਿਫਟ ਕੋਡ ਹੈ ਜੋ ਫਸਾਵਾਂਗੇ, ਠੀਕ ਹੈ। ਪਰ ਅਸਲ ਦੇ ਵਿੱਚ ਕੀ ਹੈ ਕਿ ਹੁਣੀ ਪਰਸੋਂ ਹੀ ਬਾਈਡਨ ਨੇ 60 ਮਿਲੀਅਨ ਬੈਰਲ ਤੇਲ ਆ ਜਿਹੜਾ ਰਿਲੀਜ਼ ਕੀਤਾ, ਜਿਹੜਾ ਉਹਦਾ ਰਿਜ਼ਰਵ ਕੋਟੇ 'ਚ ਸੀਗਾ। ਉਹ ਤੇਲ ਰਿਲੀਜ਼ ਕਰਨ ਦੇ ਬਾਵਜੂਦ ਵੀ ਸੰਸਾਰ ਦੀ ਜਿੱਡੀ ਲੋੜ ਹੈ ਉਹਦਾ 60% ਹੀ ਪੂਰਤੀ ਹੁੰਦੀ ਹੈ ਕਿਉਂਕਿ ਮੇਨ ਤੇਲ ਦੀ ਸਪਲਾਈ ਜਿਹੜੀ ਹੁੰਦੀ ਹੈ ਉਹ ਰੂਸ ਤੇ ਯੂਕਰੇਨ ਤੋਂ ਹੀ ਹੁੰਦੀ ਹੈ। ਬਿਲਕੁਲ, ਜਦੋਂ ਰੂਸ ਨੂੰ ਇਹ ਸਵਿਫਟ ਬੰਦ ਕਰਨਗੇ ਉਦੋਂ ਇਹਨਾਂ ਨੂੰ ਵੀ ਔਖ ਹੋਊਗੀ। ਸਵਿਫਟ ਜੇ ਬੰਦ ਕਰਦੇ ਹੈਗੇ ਤਾਂ ਵਰਲਡ ਦੇ ਜਿਹੜੇ ਬਾਕੀ ਦੇਸ਼ ਹੈ ਉਹਨਾਂ ਨੂੰ ਵੀ ਤੇਲ ਦੀ ਸਪਲਾਈ ਦੇ ਵਿੱਚ ਔਖ ਆਊਗੀ ਕਿਉਂਕਿ ਸਵਿਫਟ ਕੱਲਾ ਐਂ ਹੀ ਨਹੀਂ ਹੈ ਕਿ ਉੱਥੇ ਚੀਜ਼ਾਂ ਜਿਹੜੀਆਂ
ਆਉਂਦੀਆਂ ਹੈਗੀਆਂ ਉਹਨਾਂ ਨੂੰ ਰੋਕੂਗਾ, ਜਿਹੜੀਆਂ ਉੱਥੋਂ ਰੂਸ ਤੋਂ ਬਾਕੀ ਦੇਸ਼ਾਂ ਨੂੰ ਜਾਂਦੀਆਂ ਉਹਦੇ ਤੇ ਵੀ ਰੋਕ ਲਾਊਗਾ। ਤੇ ਅਨਾਜ ਦਾ ਵੀ ਪੂਰੇ ਵਿਸ਼ਵ ਦੇ ਵਿੱਚ ਬਹੁਤ ਵੱਡਾ ਸੰਕਟ ਪੈਦਾ ਹੋਊਗਾ। ਯੂਕਰੇਨ ਦੇ ਵਿੱਚ ਇੱਕ ਮੁੱਖ ਤੌਰ ਦੇ ਉੱਤੇ ਜਿਹੜਾ ਖਣਿਜ ਤੌਰ ਤੇ ਬਹੁਤ ਰਿਚ ਕੰਟਰੀ ਹੈ ਯੂਕਰੇਨ। ਯੂਕਰੇਨ ਦੇ ਵੱਡਾ ਏਰੀਆ ਹੈ, ਉੱਥੇ ਬਹੁਤ ਵੱਡੀਆਂ ਮਾਈਨਜ਼ ਹੈ। ਮਾਈਨਜ਼ ਦੇ ਵਿੱਚ ਵੱਡੇ ਤੌਰ ਤੇ ਜਿੱਥੇ ਕੁਦਰਤੀ ਗੈਸ ਅਵੇਲੇਬਲ ਹੈ, ਕੁਦਰਤੀ ਗੈਸ ਮਿਲਦੀ ਹੈ, ਉੱਥੇ ਇੱਕ ਬਹੁਤ ਹੀ ਕੀਮਤੀ ਧਾਤ ਲੀਥੀਅਮ ਹੈ ਜਿਹੜੀ ਉਹ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਉੱਥੇ ਮਿਲਦੀ ਹੈ। ਜਿਹੜੇ ਪੂਰੇ ਸੰਸਾਰ ਦੇ ਵੱਡੇ ਦੇਸ਼ ਜਿਹੜੇ ਪਰਮਾਣੂ ਹਥਿਆਰਾਂ ਵਾਸਤੇ ਜਾਂ ਜਿਹੜੀ ਊਰਜਾ ਦੀ ਪ੍ਰਾਪਤੀ ਵਾਸਤੇ ਉਹਦੀ ਬਹੁਤ ਵੱਡੇ ਪੱਧਰ ਤੇ ਵਰਤੋਂ ਕਰਦੇ ਆ। ਅਸਲ 'ਚ ਉਹਨਾਂ ਸਾਧਨਾਂ ਤੇ ਕਬਜ਼ਾ ਕਰਨ ਦੀ ਵੀ ਇੱਕ ਗੱਲ ਸੀਗੀ, ਉਹ ਹੋੜ ਸੀ ਜਿਹੜੀ ਨੈਟੋ ਦੇ ਦੇਸ਼ ਹੈ ਜਿਹੜੇ ਉਹ ਯੂਕਰੇਨ ਦੇ ਵਿੱਚ ਦਿਲਚਸਪੀ ਰੱਖਦੇ ਹੈਗੇ ਕਿ ਸਾਡਾ ਉਹਨਾਂ ਸਾਧਨਾਂ ਦੇ ਉੱਤੇ ਕਬਜ਼ਾ ਹੋਵੇ। ਇੱਕ ਆ ਵੀ ਹੈ ਨਾ ਕਿ ਇੱਕ ਅਗਲੀ ਗੱਲ ਜਿਹੜੀ ਮੈਂ ਤੁਹਾਡੀ ਗੱਲ ਵਿਚਾਰਿਆ ਕਿ ਅਸਲ 'ਚ ਇਹ ਜਿਹੜੇ ਕੰਟਰੀ ਹੈ ਅਮਰੀਕਾ ਜਾਂ ਯੂਰਪ ਦੇ ਕੰਟਰੀ ਹੈ, ਇਹਨਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਹੋੜ ਹੁੰਦੀ ਹੈ ਹਥਿਆਰ ਵੇਚਣ ਦੀ। ਮੈਂ ਇਸ ਸਵਾਲ ਤੇ ਆਉਣਾ ਸੀ। ਹਾਂ ਬਿਲਕੁਲ, ਕਿ ਅਸਲ 'ਚ ਜੇ ਜੰਗ ਚੱਲੂਗੀ ਮਾੜੀਆਂ ਮੋਟੀਆਂ ਆਤਿਸ਼ਬਾਜ਼ੀਆਂ ਚੱਲਣਗੀਆਂ, ਜਦੋਂ ਆਤਿਸ਼ਬਾਜ਼ੀਆਂ ਚੱਲਣਗੀਆਂ ਟੈਂਕ ਟੁੰਕ ਹੋਰ ਮਜਾਇਲਾਂ ਮਜੂਲਾਂ ਚੱਲਣਗੀਆਂ, ਸਾਡੇ ਹਥਿਆਰ ਵਿਕਣਗੇ। ਕਿ ਅਸਲ 'ਚ ਇਹ ਪੂੰਜੀਵਾਦੀ ਸਿਸਟਮ ਦੇ ਵਿੱਚ ਸਾਰੇ ਦੇਸ਼ਾਂ ਦੀ ਹੀ ਆਰਥਿਕਤਾ ਜਿਹੜੀ ਬੜੀ ਖੜੋਤ 'ਚ ਹੈ ਤੇ ਮੁੱਖ ਤੌਰ ਤੇ ਇਹਨਾਂ ਨੂੰ ਆਮਦਨ ਹੁੰਦੀ ਹੈ ਹਥਿਆਰ ਵੇਚ ਕੇ। ਤੇ ਹੁਣੇ ਪਿੱਛੇ ਜੇ ਇੱਕ ਕੰਟਰੀ ਹੈ, ਉਹਨੇ ਜਦੋਂ ਜਹਾਜ਼ ਇਹ ਜੰਗ ਚੱਲ ਹੀ ਰਹੀ ਸੀ, ਉੱਥੇ ਉਹਨੇ ਕਿਹਾ ਹੈਗਾ US ਦੇ ਡਿਫੈਂਸ ਸੈਕਟਰੀ ਨੇ ਕਿ 250 ਅਬਰਾਮ ਟੈਂਕ ਹੈ ਜਿਹੜੇ ਉਹ ਪੋਲੈਂਡ ਨੂੰ ਵੇਚਣ ਦਾ ਸਮਝੌਤਾ ਕੀਤਾ। ਅਜੇ ਜੰਗ ਚੱਲ ਰਹੀ ਹੈ। ਸਮਝੌਤਾ ਕਦੋਂ ਕੀਤਾ? 18 ਫਰਵਰੀ। ਸਾਰਾ ਬੱਚਾ 18 ਫਰਵਰੀ ਨੂੰ ਜੰਗ ਦੇ ਦੌਰਾਨ ਜਦੋਂ ਜੰਗ ਦੀਆਂ ਤਿਆਰੀਆਂ ਚੱਲ ਰਹੀਆਂ ਉਹਦੇ ਦੌਰਾਨ ਇਹ ਹਥਿਆਰ ਵੇਚਣ ਵਾਸਤੇ ਇਸ ਤਰ੍ਹਾਂ ਦੇ ਸਮਝੌਤੇ ਕਰ ਰਹੇ ਹੈ। ਤਾਂ ਇਹ ਜਿਹੜਾ ਹਥਿਆਰ ਵੇਚਣ ਦਾ ਤੇ ਕੱਚੇ ਖਣਜਾਂ ਦੇ ਉੱਤੇ ਕਬਜ਼ਾ ਕਰਨ ਦੀ ਇੱਕ ਲਾਲਸਾ ਹੈ। ਇਸ ਲਾਲਸਾ ਦੇ ਵਿੱਚ ਯੂਕਰੇਨ ਦੀ ਜਿਹੜੀ ਧਰਤੀ ਹੈ, ਯੂਕਰੇਨ ਦੇ ਜਿਹੜੇ ਲੋਕ ਹੈ, ਉਹਨਾਂ ਨੂੰ ਜੰਗ ਦੇ ਵਿੱਚ ਧਕੇਲਿਆ ਜਾ ਰਿਹਾ ਹੈ। ਯਾਨੀ ਕਿ ਮੋਹਰਾ ਯੂਕਰੇਨ ਬਣ ਗਿਆ। ਤਾਂ ਜਿਹੜਾ ਰੂਸ ਹੈ, ਰੂਸ ਨੇ ਆਪਾਂ ਰੂਸ ਦੇ ਉੱਤੇ ਇਹ ਤਾਂ ਗੱਲ ਕਹਿ ਸਕਦੇ ਹਾਂ ਕਿ ਰੂਸ ਹੈ ਜਿਹੜਾ ਇਹ ਨੈਸ਼ਨੈਲਿਟੀ ਨੂੰ ਅਲੱਗ ਤੌਰ ਤੇ ਡਿਵੈਲਪ ਕਰਨ ਦੀ ਸਪੇਸ ਨਹੀਂ ਦੇ ਰਿਹਾ। ਪਰ ਅਸਲ 'ਚ ਯੂਕਰੇਨ ਦੀ ਨੈਸ਼ਨੈਲਿਟੀ ਜੇ ਅਲੱਗ ਹੈਗੀ ਹੈ ਤਾਂ ਉਹ ਯੂਕਰੇਨ ਦੀ ਨੈਸ਼ਨੈਲਿਟੀ ਅਲੱਗ ਤੌਰ ਤੇ ਇੰਡੀਪੈਂਡੈਂਟ ਰੂਪ 'ਚ ਡਿਵੈਲਪ ਹੋਣੀ ਚਾਹੀਦੀ ਹੈ, ਨਾ ਕਿ ਨੈਟੋ ਤੇ US ਦੇ ਸਾਧਨਾਂ ਰਾਹੀਂ ਜਾਂ ਉਹਦੇ ਹਥਿਆਰਾਂ ਰਾਹੀਂ ਡਿਵੈਲਪ ਹੋਣੀ ਚਾਹੀਦੀ ਹੈਗੀ। ਇਹ ਇੱਕ ਵੱਡਾ ਮਸਲਾ ਹੈ। ਅਗਲੀ ਗੱਲ ਜਿਹੜੀ ਮੈਂ ਅਸਲ 'ਚ ਕਰਨਾ ਚਾਹੁੰਦਾ, ਜਿਹੜੀ ਭਾਰਤ ਨਾਲ ਸੰਬੰਧਿਤ ਹੈਗੀ, ਕਿ ਭਾਰਤ ਦੇ ਵਿੱਚੋਂ ਜਿਹੜੇ ਉੱਥੇ ਵਿਦਿਆਰਥੀ ਗਏ ਹੈ ਵੱਖ-ਵੱਖ ਤਰ੍ਹਾਂ ਦੀਆਂ ਪੜ੍ਹਾਈਆਂ ਕਰਨ, ਤੇ ਇੱਥੋਂ ਦਾ ਸਾਡਾ ਮੰਤਰੀ ਪ੍ਰਹਲਾਦ ਜੋਸ਼ੀ ਉਹ ਕਹਿੰਦਾ ਵੀ ਜਿਹੜੇ ਨੀਟ 'ਚੋਂ ਨਹੀਂ ਪਾਸ ਹੁੰਦੇ ਨਲਾਇਕ ਹੁੰਦੇ ਹੈਗੇ, ਉਹੀ ਯੂਕਰੇਨ 'ਚ ਤੇ ਰੂਸ ਜਾਂਦੇ ਹੈਗੇ। ਅਸਲ 'ਚ ਇਹੀ ਇੱਕ ਸਮੱਸਿਆ, ਇਹੀ ਇੱਕ ਮਸਲਾ ਦੇਖਣ ਵਾਲਾ ਹੈਗਾ ਕਿ ਕੁਝ ਬੱਚੇ ਜਿਹੜੇ 100 ਬੱਚਾ ਜਿਹੜਾ ਪੂਰੇ ਭਾਰਤ ਦੇ ਵਿੱਚ, ਜਦੋਂ ਕਿ ਲੱਖ ਤੋਂ ਉੱਪਰ ਬੱਚਾ ਜਿਹੜਾ ਅਪੀਅਰ ਹੁੰਦਾ ਹੈਗਾ, ਉਹ ਤਾਂ ਏਮਜ ਦੇ ਵਿੱਚ 25,000 ਦੇ ਕੇ MBBS ਕਰ ਲੂਗਾ। ਪਰ ਜਿਹੜੇ ਤੁਸੀਂ ਸਰਕਾਰੀ ਸਕੂਲ ਕਾਲਜਾਂ ਦੇ ਵਿੱਚ ਵੀ 40 ਲੱਖ ਰੁਪਈਆ ਤਕਰੀਬਨ ਫੀਸ ਆ ਜਿਹੜੀ ਲੱਗ ਜਾਂਦੀ ਹੈ, ਜਿਹਨੂੰ ਸਰਕਾਰੀ ਸੀਟ ਕਹਿੰਦੇ ਆ, ਉਹਦੇ ਸਰਕਾਰੀ ਸੀਟ। ਤੇ ਪ੍ਰਾਈਵੇਟ ਕਾਲਜਾਂ ਦੇ ਵਿੱਚ 1 ਕਰੋੜ ਤੋਂ ਘੱਟ ਨਹੀਂ ਕੋਈ ਫੀਸ ਲੱਗਦੀ ਹੈਗੀ ਜੇ ਤੁਸੀਂ MBBS ਕਰਨੀ ਹੈ। ਤਾਂ ਇੱਕ ਆਮ ਪਰਿਵਾਰ ਦਾ ਬੱਚਾ ਜਿਹੜਾ ਉਹ ਤਾਂ ਇਹ ਸੋਚ ਹੀ ਨਹੀਂ ਸਕਦਾ ਹੈਗਾ ਇੱਥੇ ਪੜ੍ਹਨ ਬਾਰੇ, ਤੇ ਉੱਥੇ ਉਹੀ MBBS 1 ਸਾਲ ਵੱਧ ਲਾ ਕੇ ਵੀ 20 ਤੋਂ ਲੈ ਕੇ 25 ਲੱਖ ਚ ਹੋ ਜਾਂਦੀ ਹੈ। ਵਿੱਚੇ ਸਾਰੇ ਖਰਚੇ, ਖਾਣ ਪੀਣ ਦੇ, ਆਵਾਜਾਈ ਦੇ, ਸਾਰੇ ਆਉਣ ਜਾਣ ਦੇ ਖਰਚੇ ਜੋੜ ਕੇ 25 ਲੱਖ ਤੋਂ ਵੱਧ ਨਹੀਂ ਲੱਗਦਾ ਹੈਗਾ। ਤਾਂ ਅਸਲ 'ਚ ਉਹ ਬੱਚੇ ਜਿਹੜੇ ਮਜਬੂਰੀ 'ਚ ਯੂਕਰੇਨ ਦੇ ਵਿੱਚ ਜਾਂ ਰੂਸ ਜਾਂ ਹੋਰ ਉਹਨਾਂ ਦੇਸ਼ਾਂ ਦੇ ਵਿੱਚ ਪੜ੍ਹਨ ਗਏ ਹੈ, ਉਹ 20,000 ਤੋਂ ਉੱਪਰ ਗਿਣਤੀ ਦੇ ਵਿੱਚ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਪੜ੍ਹਾਈਆਂ ਕਰਨ ਵਾਸਤੇ ਗਏ ਹੋਏ ਹੈਗੇ, ਤੇ ਉਹਨਾਂ ਨੂੰ ਅਸਲ 'ਚ ਨਲਾਇਕ ਦੱਸ ਕੇ ਅਸਲ 'ਚ ਉਹਨਾਂ ਦੀ ਬੇਇੱਜ਼ਤੀ ਕਰਨਾ, ਇਹ ਕਿਸੇ ਵੀ ਜਿਹੜੇ ਰਾਜ ਕਰਨ ਵਾਲੇ ਲੋਕਾਂ ਦੇ ਲਈ ਚੰਗੀ ਗੱਲ ਨਹੀਂ। ਠੀਕ ਹੈ। ਤਾਂ ਅਸਲ 'ਚ ਉੱਥੋਂ ਉਹਨਾਂ ਨੂੰ ਉੱਥੋਂ ਕੱਢਣ ਦੇ ਵਿੱਚ
ਕੋਈ ਸਖਾਲਾ ਰਸਤਾ ਲੱਭਣ ਦੀ ਥਾਂ ਤੇ, ਆਪਣੀ ਕੋਈ ਜ਼ਿੰਮੇਵਾਰੀ ਲੈਣ ਦੀ ਥਾਂ ਤੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਆਪੇ ਪੋਲੈਂਡ ਦੇ ਬਾਰਡਰ ਤੇ ਆ ਜਾਓ ਜਾਂ ਰਮਾਨੀਆ ਦੇ ਬਾਰਡਰ ਤੇ ਆ ਜਾਓ, ਉੱਥੋਂ ਤੁਹਾਨੂੰ ਅਸੀਂ ਚੱਕ ਲਾਂਗੇ। ਅਸਲ 'ਚ ਜੇ ਦੇਖਿਆ ਜਾਵੇ ਤਾਂ ਜਿਹੜਾ ਕੀਵ ਤੋਂ ਪੋਲੈਂਡ ਦਾ ਬਾਰਡਰ 700 ਕਿਲੋਮੀਟਰ ਪੈਂਦਾ ਹੈ, ਤਾਂ 700 ਕਿਲੋਮੀਟਰ ਦਾ ਫਾਸਲਾ ਜਿਹੜੇ ਵਿਦਿਆਰਥੀ ਉੱਥੇ ਫਸੇ ਹੋਏ ਹੈਗੇ, ਜਿੱਥੇ ਟੈਂਕ ਹੈ, ਜਿੱਥੇ ਮਿਜ਼ਾਈਲਾਂ ਦੇ ਗੋਲੇ ਚੱਲਦੇ ਹੈਗੇ, ਉੱਥੋਂ ਉੱਥੇ ਕੀਵ ਦੇ ਬਾਰਡਰ ਤੱਕ ਕਿਵੇਂ ਪਹੁੰਚਣਗੇ? 700 ਕਿਲੋਮੀਟਰ। 700 ਕਿਲੋਮੀਟਰ। ਤਾਂ ਅਸਲ 'ਚ ਇਹ ਭਾਰਤ ਸਰਕਾਰ ਕੱਲੀ ਫੋਕੀ ਵਾਹ ਖੱਟਣ ਦੇ ਵਿੱਚ ਤਾਂ ਲੱਗੀ ਹੋਈ ਹੈਗੀ ਕਿ ਉਹ ਵਿਦਿਆਰਥੀਆਂ ਨੂੰ ਬੁਲਾ ਕੇ ਉਹਨਾਂ ਦੀਆਂ ਮੀਟਿੰਗਾਂ ਕਰਨੀਆਂ, ਉਹਨਾਂ ਤੋਂ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਵਾਉਣੇ, ਪਰ ਅਸਲ 'ਚ ਗੰਭੀਰ ਨਹੀਂ ਹੈ ਕਿ ਅਸਲ ਸਾਡੇ ਜਿਹੜੇ ਬੱਚੇ ਆ, ਸਾਡੇ ਦੇਸ਼ ਦੇ ਬੱਚੇ ਹੈਗੇ, ਪੜ੍ਹਨ ਗਏ ਹੈਗੇ ਮਜਬੂਰੀ, ਬਸ ਉਹਨਾਂ ਨੂੰ ਉੱਥੇ ਕੱਢਣਾ ਕਿਵੇਂ ਹੈ, ਇਸ ਗੱਲ ਪ੍ਰਤੀ ਗੰਭੀਰ ਨਹੀਂ ਹੈਗੀ ਸਰਕਾਰ। ਅਗਲੀ ਗੱਲ ਜਿਹੜੀ ਮੈਂ ਹੋਰ ਕਰਨਾ ਚਾਹੁੰਦਾ ਕਿ ਵੈਸਟ ਦਾ ਮੀਡੀਆ ਜਿਹੜਾ ਪੂਰੇ ਸੰਸਾਰ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਹੈ ਉਹਦਾ, ਤੇ ਭਾਰਤ ਦੇ ਮੀਡੀਆ ਤੇ ਤਾਂ ਕਹਿਣਾ ਹੀ ਕੀ ਹੈ, ਉਹ ਤਾਂ ਪੂਰੀ ਤਰ੍ਹਾਂ ਨਾਲ ਮੋਦੀ ਦੇ ਪੈਰਾਂ 'ਚ ਹੀ ਵਿਛਿਆ ਹੋਇਆ ਜਿਹੜਾ ਮੇਨ ਮੀਡੀਆ ਹੈਗਾ। ਤਾਂ ਅਸਲ 'ਚ ਵੈਸਟ ਦੀ ਪ੍ਰੈਸ ਹੈ ਚਾਹੇ ਭਾਰਤੀ ਮੀਡੀਆ, ਉਹ ਸਾਰੇ ਕੁਛ ਨੂੰ, ਇਸ ਜੰਗ ਨੂੰ ਵੀ ਗਲੈਮਰਾਈਜ਼ ਕਰ ਰਿਹਾ ਹੈ ਕਿ ਯੁੱਧ ਦੇ ਮੈਦਾਨ 'ਚੋਂ ਉਹ ਪੜਾਕੇ ਪੈਂਦੇ, ਲਾਈਟਾਂ ਜਾਂਦੀਆਂ, ਘਰ ਡਿੱਗਦੇ, ਉਹ ਦਿਖਾ ਕੇ ਉਸ ਨੂੰ ਗਲੈਮਰਾਈਜ਼ ਕਰ ਰਿਹਾ ਹੈ, ਨਾ ਕਿ ਉਹਦੀ ਅਸਲ ਸਥਿਤੀ ਦੱਸਣ ਦੀ ਕੋਈ ਕੋਸ਼ਿਸ਼ ਕਰ ਰਿਹਾ। ਬਿਲਕੁਲ। ਤੇ ਪੱਛਮ ਦਾ ਮੀਡੀਆ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਗੱਲ ਨੂੰ ਇੱਕ ਪਾਸੜ ਬਣਾ ਕੇ ਉਹਨੂੰ ਰੂਸ ਦਾ ਯੂਕਰੇਨ ਦੇ ਉੱਤੇ ਇੱਕ ਬਰੂਟਲ ਹਮਲਾ ਦਰਸਾ ਕੇ ਅਮਰੀਕਾ ਤੇ ਨੈਟੋ ਦੇ ਦੇਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਬਚਾ ਰਿਹਾ ਹੈਗਾ। ਤੇ ਜਦੋਂ ਕਿ ਜਿਹੜੀ ਬਦਮਾਸ਼ੀ ਹੈ, ਜਿਹੜੀ ਛੇੜਖਾਨੀ ਹੈ, ਉਹ ਬਕਾਇਦਾ ਤੌਰ ਤੇ ਅਮਰੀਕਾ ਦੀ ਸ਼ਹਿ ਤੇ ਨੈਟੋ ਦੇ ਦੇਸ਼ਾਂ ਵੱਲੋਂ ਯੂਕਰੇਨ ਦੇ ਵਿੱਚ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜਿਹਨੂੰ ਰੋਕਣ ਦੇ ਲਈ ਪੁਤਿਨ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀਗਾ, ਪਰ ਉਹ ਕੋਸ਼ਿਸ਼ਾਂ ਦੇ ਬਾਵਜੂਦ ਵੀ ਉੱਥੇ ਉਹ ਬਦਮਾਸ਼ੀਆਂ ਰੁਕੀਆਂ ਨਹੀਂ ਹੈ, ਜਿਹਦੇ ਚੋਂ ਮਜਬੂਰੀ ਬਸ ਇਹ ਪੁਤਿਨ ਨੇ ਹਮਲਾ ਜਿਹੜਾ ਕੀਤਾ ਇਹ ਵੀ ਗਲਤ ਹੈ, ਆਪਾਂ ਇਹਨੂੰ ਠੀਕ ਨਹੀਂ ਕਹਿੰਦੇ ਹੈਗੇ। ਇਸ ਨੂੰ ਹੋਰ ਲੰਬੇ ਦਾਅ ਦੇ ਉੱਤੋਂ ਡਿਸਕਸ਼ਨ ਰਾਹੀਂ ਹੱਲ ਕਰਨਾ ਚਾਹੀਦਾ ਸੀਗਾ ਕੋਈ ਹੋਰ। ਤੇ ਅਗਲੀ ਗੱਲ ਜਿਹੜੀ ਪੁਤਿਨ ਵੀ ਮੈਸੇਜ ਵੀ ਦੇਣਾ ਚਾਹੁੰਦਾ, ਇੱਕ ਨਵਾਂ ਵਰਲਡ ਆਰਡਰ ਵੀ ਸਿਰਜਣਾ ਚਾਹੁੰਦਾ ਹੈਗਾ। ਅਗਲੀ ਗੱਲ ਜਿਹੜੀ ਅਸਲ 'ਚ ਅੰਤਰਰਾਸ਼ਟਰੀ ਸੰਸਥਾਵਾਂ ਦਾ ਪੂਰੀ ਤਰ੍ਹਾਂ ਜਲੂਸ ਨਿਕਲ ਗਿਆ, ਜਿਹੜੀ ਆਪਾਂ UN ਕਹਿੰਦੇ ਹੁੰਦੇ ਆ, UN ਬਹੁਤ ਵੱਡਾ ਉਹਦਾ ਡਰਾਵਾ ਖੜਾ ਕੀਤਾ ਹੋਇਆ ਸੀ, ਉਹ ਬਿਲਕੁਲ ਡਿਫੰਕਟ ਜਥੇਬੰਦੀ ਦੇ ਤੌਰ ਤੇ ਆਰਗੇਨਾਈਜੇਸ਼ਨ ਦੇ ਤੌਰ ਤੇ ਸਾਬਤ ਹੋਈ ਹੈ। ਉਹਦਾ ਕੋਈ ਹੁਕਮ, ਕੋਈ ਗੱਲ ਨਹੀਂ, ਕੋਈ ਉਹਦਾ ਸੁਣਦਾ ਨਹੀਂ ਹੈ, ਕੋਈ ਸੁਣਵਾਈ ਨਹੀਂ ਹੈ, ਤੇ ਉਹ ਬਕਾਇਦਾ ਤੌਰ ਤੇ ਇੱਕ ਤਰ੍ਹਾਂ ਨਾਲ ਇੱਕ ਕਾਗਜ਼ੀ ਜਥੇਬੰਦੀ ਬਣ ਕੇ ਰਹੇਗੀ। ਉਹ ਚਾਹੇ ਰੂਸ ਨੂੰ ਕਹੀ ਜਾਵੇ, ਚਾਹੇ ਯੂਕਰੇਨ ਨੂੰ ਕਹੀ ਜਾਵੇ, ਚਾਹੇ ਨੈਟੋ ਨੂੰ ਕਹੀ ਜਾਵੇ। ਨਾ ਅਮਰੀਕਾ ਨੇ ਪਹਿਲਾਂ ਸੁਣਿਆ ਅਫਗਾਨਿਸਤਾਨ ਵੇਲੇ UN ਦੀ ਗੱਲ, ਤੇ ਨਾ ਹੁਣ ਰੂਸ ਸੁਣ ਰਿਹਾ UN ਦੀ ਗੱਲ। ਤੋਂ ਬਿਲਕੁਲ ਤੇ ਇੱਕ ਡਿਫੰਕਟ ਜਥੇਬੰਦੀ ਸਾਬਤ ਹੋਈ ਹੈ। ਬਿਲਕੁਲ ਜੀ। ਸ਼ੁਕਰੀਆ ਤਰਸੇਮ ਜੀ, ਤੁਸੀਂ ਅੰਕੜਿਆਂ ਦੇ ਨਾਲ ਇਹ ਗੱਲ ਸਾਬਤ ਕੀਤੀ ਕਿ ਅਸਲ ਦੇ ਵਿੱਚ ਜਿਹੜੀ ਇਹ ਜੰਗ ਨੇ, ਜਿਹੜੇ ਯੁੱਧ ਨੇ, ਮਾਇਨੇ ਕੀ ਨੇ ਇਸ ਦੇ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਲੋਕਰਣ ਤੇ ਜੁੜਨ ਦੇ ਲਈ। ਸ਼ੁਕਰੀਆ ਜੀ, ਧੰਨਵਾਦ। ਦੋਸਤੋ, ਸਾਡੇ ਨਾਲ ਤਰਸੇਮ ਜੀ ਜੁੜੇ ਹੋਏ ਸੀ। ਤੁਹਾਨੂੰ ਅਸੀਂ ਦੱਸਿਆ ਕਿ ਅਸਲ ਦੇ ਵਿੱਚ ਵਾਪਰ ਕੀ ਰਿਹਾ, ਕਿ ਆਹ ਜੰਗ ਨਿਊ ਵਰਲਡ ਆਰਡਰ ਆਪਣੀ ਸਰਦਾਰੀ ਅਲੱਗ-ਅਲੱਗ ਦੇਸ਼ਾਂ ਵੱਲੋਂ ਕਾਇਮ ਕਰਦੀ ਹੈ। ਕਈ ਦੇਸ਼ਾਂ ਵੱਲੋਂ ਇਸ ਜੰਗ ਨੂੰ ਵਰਤ ਕੇ ਆਪਣੇ ਹਥਿਆਰ ਵੇਚਣ ਦੀ ਕਵਾਇਦ ਸ਼ੁਰੂ ਕਰਤੀ। ਜਿਵੇਂ ਤਰਸੇਮ ਜੀ ਨੇ ਦੱਸਿਆ ਕਿ ਚੱਲਦੀ ਜੰਗ ਦੇ ਦੌਰਾਨ 18 ਫਰਵਰੀ ਨੂੰ ਹਥਿਆਰ ਵੇਚੇ ਗਏ। ਇਸ ਤੋਂ ਸਾਬਤ ਹੁੰਦਾ ਕਿ ਤੁਸੀਂ ਸਮਝ ਸਕਦੇ ਹੋ ਕਿ ਪਿੱਛੇ ਚੱਲ ਕੀ ਰਿਹਾ। ਤਸਵੀਰ ਜੋ ਮੀਡੀਆ ਪੇਸ਼ ਕਰ ਰਿਹਾ, ਤੁਹਾਡੇ ਸਾਹਮਣੇ ਕਰ ਰਿਹਾ, ਉੱਦਾਂ ਕਹਾਣੀ ਨਹੀਂ, ਕਹਾਣੀ ਪਿੱਛੇ ਕੋਈ ਹੋਰ ਹੀ ਘੜੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਸਾਡੇ ਕੋਲ ਜੋ ਤਾਜ਼ਾ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕਰਣ ਚੈਨਲ ਪੰਜਾਬੀ ਤੇ। ਧੰਨਵਾਦ।